ਏਪੀ ਨਿਊਜ਼ ਉੱਤੇ ਇਸ ਵੇਲੇ ਦੀ ਖਾਸ ਖਬਰ। ਕਲਾਕਾਰਾਂ ਅਤੇ ਐਕਟੀਵਿਸਟਸ ਨਾਲ ਸੰਬੰਧਿਤ ਸੰਸਥਾ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ ਆਰਟਿਸਟ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਉੱਤੇ 23 ਮਾਰਚ ਨੂੰ ਪੂਰੇ ਦੇਸ਼ ਵਿੱਚ 90,000 ਯੂਨਿਟ ਖੂਨ ਇਕੱਠਾ ਕਰੇਗੀ। ਬ੍ਰਹਮ ਕੁਮਾਰੀ ਰੈੱਡ ਕਰਾਸ ਸੁਸਾਇਟੀ ਅਤੇ ਹੋਰ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਪੂਰੇ ਦੇਸ਼ ਵਿੱਚ ਇੱਕ ਹੀ ਦਿਨ ਵਿੱਚ 1500 ਖੂਨਦਾਨ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਗੁਰਦਾਸਪੁਰ ਦੇ ਖੂਨਦਾਨੀਆਂ ਦਾ ਵੀ ਯੋਗਦਾਨ ਰਹੇਗਾ। ਦੇਖੋ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਪੂਰੀ ਰਿਪੋਰਟ। ਵੱਡਾ ਕੰਪੇਨ ਕਰੀਏ, ਸੋ ਇਹਦੇ ਵਾਸਤੇ ਸੰਵੇਦਨਾ ਕੰਪੇਨ ਰੱਖਿਆ ਗਿਆ, ਜਿਹਦੇ 'ਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 90ਵੇਂ ਸ਼ਹਾਦਤ ਦਿਵਸ ਤੇ ਪੂਰੇ ਦੇਸ਼ ਵਿੱਚ ਇੱਕੋ ਦਿਨ 1500 ਕੈਂਪ ਲਗਾਉਣ ਦਾ ਟਾਰਗੇਟ ਹੈ ਤੇ 1500 ਕੈਂਪਾਂ ਦੇ ਵਿੱਚ ਮਿਨੀਮਮ 90,000 ਯੂਨਿਟ ਬਲੱਡ ਜਿਹੜਾ ਉਹ ਇਕੱਠਾ ਕੀਤਾ ਜਾਣਾ ਹੈ। ਇਹ ਟਾਰਗੇਟ ਆਪਾਂ ਲੈ ਕੇ ਚੱਲ ਰਹੇ ਹਾਂ ਔਰ ਜਿਹਦੇ ਵਾਸਤੇ ਕਰੀਬ ਸਾਡੇ 850 ਦੇ ਪੌਣੇ 900 ਦੇ ਆਸ-ਪਾਸ ਕੈਂਪ ਸਾਡੇ ਫਾਈਨਲ ਹੋ ਚੁੱਕੇ ਹੋਏ ਆ, ਜਿਨ੍ਹਾਂ ਦੀ ਆਲਰੇਡੀ ਲਿਸਟ ਬਣ ਕੇ ਅਸੀਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੂੰ ਭੇਜ ਵੀ ਚੁੱਕੇ ਹਾਂ ਤੇ ਬਾਕੀ ਜਿਹੜੇ ਹੋਰ ਕੈਂਪ ਹੈ ਉਹਨਾਂ ਵਾਸਤੇ ਅਸੀਂ ਅਲੱਗ-ਅਲੱਗ ਥਾਵਾਂ ਤੇ ਜਾ ਕੇ ਜਿਹੜੇ ਲਾਈਕ ਮਾਈਂਡਡ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਨਾਲ ਜੋੜ ਰਹੇ ਹਾਂ, ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ। ਅੱਜ ਮੇਰਾ ਗੁਰਦਾਸਪੁਰ ਆਉਣ ਦਾ ਵੀ ਇਹੀ ਮਕਸਦ ਸੀ। ਮੈਂ ਸੰਧੂ ਸਾਹਿਬ ਦਾ ਧੰਨਵਾਦ ਕਰਨਾ, ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਤੇ ਉਹਨਾਂ ਨੇ ਇੱਥੇ ਚੰਗੇ ਭਰਾਵਾਂ ਦੇ, ਚੰਗੀਆਂ ਰੂਹਾਂ ਦੇ ਸਾਨੂੰ ਦਰਸ਼ਨ ਕਰਾਏ, ਜਿਹੜੇ ਇਸ ਫੀਲਡ ਵਿੱਚ ਆਲਰੇਡੀ ਕੰਮ ਕਰ ਰਹੇ ਨੇ। ਸੋ ਮੈਂ ਉਮੀਦ ਕਰਦਾ ਕਿ ਇਹਨਾਂ ਸੰਸਥਾਵਾਂ ਦੇ ਨਾਲ ਜੁੜ ਕੇ ਗੁਰਦਾਸਪੁਰ ਦੇ ਵਿੱਚ ਵੀ ਉਸ ਦਿਨ ਜਿਹੜੇ ਹੈ 23 ਮਾਰਚ ਨੂੰ ਹੀ ਇਸ ਕੰਪੇਨ ਦੇ ਤਹਿਤ ਜਿਹੜਾ ਹੈ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਹੋਣਗੇ। ਦੇਖੋ, ਪਹਿਲੀ ਗੱਲ ਤਾਂ ਇਹ ਕਿ ਸਾਡਾ ਕੋਈ ਬਲੱਡ ਬੈਂਕ ਨਹੀਂ ਹੈ। ਅਸੀਂ ਸਿਰਫ ਕੰਪੇਨ ਚਲਾ ਕੇ ਅਲਟੀਮੇਟਲੀ ਇਹ ਜਿਹੜਾ ਬਲੱਡ ਜਾਣਾ ਹੈ, ਜਿਹੜਾ ਤੁਹਾਡੇ ਹੀ ਏਰੀਆ ਦੇ ਬਲੱਡ ਬੈਂਕ ਨੇ ਉਹਨਾਂ 'ਚ ਹੀ ਜਾਣਾ ਹੈ। ਨਿਫਾ ਨੇ ਲੈ ਕੇ ਨਹੀਂ ਕਿਧਰੇ ਵੀ ਜਾਣਾ। ਅਸੀਂ ਇਹਦੇ ਨਾਲ ਜੁੜ ਕੇ ਕੇਵਲ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ। ਜਿਹੜਾ ਬਲੱਡ ਜਿਹੜਾ ਉਹ ਤੁਹਾਡੇ ਜਿਹੜੇ ਗੁਰਦਾਸਪੁਰ ਦੇ ਬਲੱਡ ਬੈਂਕ ਨੇ, ਸਰਕਾਰੀ ਬਲੱਡ ਬੈਂਕ ਹੋਏਗਾ ਜਾਂ ਨਜ਼ਦੀਕ ਦਾ ਕੋਈ ਆਰਮੀ ਦਾ ਬਲੱਡ ਬੈਂਕ ਹੋ ਸਕਦਾ ਹੈ ਜਾਂ ਕੋਈ ਚੈਰੀਟੇਬਲ ਬਲੱਡ ਬੈਂਕ ਹੋ ਸਕਦਾ ਹੈ, ਉਹ ਤੁਹਾਡੇ ਹੀ ਬਲੱਡ ਬੈਂਕਾਂ ਵਿੱਚ ਰਹਿਣਾ ਹੈ। ਉੱਥੇ ਜਿਹੜੀ ਉਹੀ ਰੂਟੀਨ ਹੈ ਕਿ ਬਲੱਡ ਬੈਂਕਾਂ ਦੀ ਜਿਹੜੀ ਰੂਟੀਨ ਹੈ ਉਹ ਇਹੀ ਹੈ ਕਿ ਅਗਰ ਕੋਈ ਸਰਕਾਰੀ ਬਲੱਡ ਬੈਂਕ ਹੈ, ਬੰਦਾ ਸਰਕਾਰੀ ਹਸਪਤਾਲ 'ਚ ਐਡਮਿਟ ਹੈ, ਉਹਨੂੰ ਉੱਥੋਂ ਮਿਲ ਜਾਣਾ। ਅਗਰ ਪ੍ਰਾਈਵੇਟ ਤੋਂ ਕਿਸੇ ਨੇ ਆਉਣਾ ਹੈ ਤਾਂ ਉਹਦੇ ਵਾਸਤੇ ਉਹ ਟੈਸਟਿੰਗ ਦੇ ਚਾਰਜ ਲੈਂਦੇ ਹੈ। ਉਹ ਜੋ ਵੀ ਸਿਸਟਮ ਪਹਿਲਾਂ ਚੱਲ ਰਿਹਾ ਉੱਦਾਂ ਹੀ ਚੱਲਣਾ। ਮੈਂ ਬਿਲਕੁਲ ਸਹਿਮਤ ਹਾਂ ਜੀ, ਲੇਕਿਨ ਗੱਲ ਇਹ ਹੈ ਕਿ ਸਰਕਾਰੀ ਬਲੱਡ ਬੈਂਕਾਂ ਦੇ ਵਿੱਚ ਆਮ ਜਨਤਾ ਦੀ ਖੱਜਲ ਖੁਆਰੀ ਹੁੰਦੀ ਹੈ, ਉਹਨੂੰ ਰੋਕਣ ਦੀ ਜ਼ਰੂਰਤ ਹੈ, ਉਹਦੇ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਪਰ ਉਹਦੇ ਕਰਕੇ ਅਸੀਂ ਬਲੱਡ ਦੇਣਾ ਬੰਦ ਨਹੀਂ ਕਰ ਸਕਦੇ। ਕਾਰਨ ਕੀ ਹੈ ਕਿ ਜਿਹੜਾ ਪੇਸ਼ੈਂਟ ਹੈ ਸਾਡਾ, ਮੰਨ ਲਓ ਸਾਡੇ ਹੀ ਪਰਿਵਾਰ ਦਾ ਕੋਈ ਬੰਦਾ ਸੀਰੀਅਸ ਹੈ, ਕਿਸੇ ਹਸਪੀਟਲ 'ਚ ਐਡਮਿਟ ਹੈ, ਮੈਨੂੰ ਉਹਦੇ ਵਾਸਤੇ ਬਲੱਡ ਚਾਹੇ ਖੱਜਲ ਖੁਆਰੀ ਨਾਲ ਮਿਲੇ ਚਾਹੇ ਬਿਨਾਂ ਖੱਜਲ ਖੁਆਰੀ ਨਾਲ ਮਿਲੇ, ਮੈਨੂੰ ਬਲੱਡ ਤਾਂ ਲਿਆਉਣਾ ਹੀ ਪਏਗਾ। ਅਗਰ ਜਿਹੜੇ ਡੋਨਰ ਨੇ ਉਹ ਇਸ ਗੱਲ ਤੋਂ ਡੀਮੋਰਲਾਈਜ਼ ਹੋ ਕੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਖੱਜਲ ਖੁਆਰੀ ਹੈ, ਉਹਨਾਂ ਦਾ ਐਟੀਟਿਊਡ ਠੀਕ ਨਹੀਂ ਹੈ ਜਾਂ ਉਹ ਸਾਡੇ ਨਾਲ ਸਹੀ ਤਰੀਕੇ ਨਾਲ ਬਿਹੇਵ ਨਹੀਂ ਕਰਦੇ, ਅਗਰ ਇਸ ਗੱਲ 'ਤੇ ਆ ਕੇ ਬਲੱਡ ਦੇਣਾ ਬੰਦ ਕਰ ਦੇਣਗੇ ਤੇ ਉਹਦੇ ਨਾਲ ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੋਣਾ। ਮਰਨੇ ਸਾਡੇ ਹੀ ਬੰਦੇ ਆ ਜਿਨ੍ਹਾਂ ਨੂੰ ਬਲੱਡ ਦੀ ਲੋੜ ਹੈ। ਸੋ ਸਾਨੂੰ ਦੋ ਫਰੰਟ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਇੱਕ ਤਾਂ ਪਹਿਲਾ ਫਰੰਟ ਇਹ ਹੈ ਕਿ ਬਲੱਡ ਬੈਂਕਾਂ ਦੇ ਵਿੱਚ ਬਲੱਡ ਜਿੰਨੀ ਲੋੜ ਹੈ ਉਨਾ ਇਕੱਠਾ ਹੋਵੇ। ਅਗਰ ਲੋੜ ਤੋਂ ਘੱਟ ਇਕੱਠਾ ਹੋਏਗਾ ਤੇ ਨੈਚੁਰਲੀ ਜਿਹੜਾ ਦੇਣ ਵਾਲਾ ਹੈ ਉਹਦੀ ਸਿਲੈਕਸ਼ਨ ਹੋ ਜਾਂਦੀ ਹੈ ਕਿ ਮੈਂ ਕਿਹਨੂੰ ਦੇਣਾ ਤੇ ਕਿਹਨੂੰ ਨਹੀਂ ਦੇਣਾ। ਜਿਹਦੀ ਸਿਫਾਰਿਸ਼ ਆ ਜਾਏਗੀ ਉਹਨੂੰ ਦੇਗਾ ਜਾਂ ਜਿਹਦੇ ਕੋਲੋਂ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਉਮੀਦ ਹੋਏਗੀ, ਗਰਜ ਹੋਏਗੀ, ਉਹਨੂੰ ਦੇਗਾ। ਆਮ ਬੰਦੇ ਨੂੰ ਦੇਣ ਦੀ ਕੋਸ਼ਿਸ਼ ਨਹੀਂ ਕਰੇਗਾ। ਲੇਕਿਨ ਜਦੋਂ ਅਸੀਂ ਇਹ ਮੂਵਮੈਂਟ ਚਲਾ ਕੇ ਜਾਂ ਹੋਰ ਲੋਕਾਂ ਨੂੰ ਪ੍ਰੇਰਿਤ ਕਰਕੇ ਜਿੰਨਾ ਬਲੱਡ ਸਾਨੂੰ ਜ਼ਰੂਰਤ ਪੈਂਦੀ ਹੈ ਉਸ ਤੋਂ ਜ਼ਿਆਦਾ ਹੀ ਇਕੱਠਾ ਕਰਾਂਗੇ, ਯਾਨੀ ਡਿਮਾਂਡ ਤੋਂ ਅਵੇਲੇਬਿਲਿਟੀ ਜ਼ਿਆਦਾ ਹੋ ਜਾਏਗੀ ਤੇ ਇਹਨਾਂ ਚੀਜ਼ਾਂ ਦੇ ਕਿਤੇ ਨਾ ਕਿਤੇ ਫਰਕ ਪਏਗਾ, ਇਹਦੇ 'ਤੇ ਰੋਕ ਲੱਗੇਗੀ। ਦੂਜੀ ਗੱਲ ਐਟੀਟਿਊਡ ਦੀ ਹੈ ਕਿ ਅਗਰ ਉਹਨਾਂ ਦਾ ਰਵੱਈਆ ਠੀਕ ਨਹੀਂ ਹੈ ਤੇ ਬੀਇੰਗ ਏ ਸਮਾਜਿਕ ਕਾਰਜਕਰਤਾ, ਉਹਦੇ 'ਚ ਮੈਂ ਵੀ ਸ਼ਾਮਲ ਹੁੰਦਾ ਵਾਂ, ਉਹਦੇ ਜਿਹੜੇ ਸੰਧੂ ਸਾਹਿਬ ਨੇ ਉਹ ਵੀ ਸ਼ਾਮਲ ਹੁੰਦੇ ਨੇ, ਪ੍ਰਵੇਸ਼ ਗਾਬਾ ਜੀ ਨੇ, ਇਹ ਵੀ ਸ਼ਾਮਲ ਹੁੰਦੇ ਨੇ, ਜਿੰਨੇ ਵੀਰ ਇੱਥੇ ਬੈਠੇ ਹੋਏ ਨੇ ਸਾਡੇ, ਜਿੰਨੇ ਵੀ ਇੱਥੇ ਗੁਰਦਾਸਪੁਰ, ਅਸੀਂ ਸਾਰੇ ਸ਼ਾਮਲ ਹੁੰਦੇ ਹਾਂ ਕਿ ਸਾਡਾ ਸਮੂਹਿਕ ਤੌਰ 'ਤੇ ਫਰਜ਼ ਹੈ ਕਿ ਗਲਤ ਐਟੀਟਿਊਡ ਵਾਲੇ ਨਾਲ ਜਾ ਕੇ ਗੱਲ ਕਰੀਏ, ਜੋ ਫਿਰ ਵੀ ਨਹੀਂ ਸੁਧਾਰਦਾ ਤੇ ਉਹਨੂੰ ਨੰਗਾ ਕਰੀਏ। ਪ੍ਰਸ਼ਾਸਨ ਨਾਲ ਗੱਲ ਕਰੀਏ ਕਿ ਤੁਹਾਡੇ ਇਸ ਬੰਦੇ ਦਾ ਵਿਵਹਾਰ ਠੀਕ ਨਹੀਂ ਹੈ।